ਹੈਲੋ ਬੇਟਾ। ਬੇਟਾ ਤੁਹਾਡਾ ਅਗਲਾ ਕੁਐਸਚਨ ਹੈਗਾ ਵਾ ਵਿਅੰਜਨ ਤੋਂ ਕੀ ਭਾਵ ਹੈ, ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਵਿਅੰਜਨ ਇਹਦਾ ਆਨਸਰ ਆਪਾਂ ਕੀ ਲਿਖਿਆ ਵਾ, ਵਿਅੰਜਨ ਅਜਿਹੀਆਂ ਧੁਨੀਆਂ ਹੁੰਦੀਆਂ ਹਨ ਜੋ ਕਿਸੇ ਵੀ ਉਚਾਰਨ ਅੰਗ ਜਿਵੇਂ ਬੁੱਲ, ਜੀਭ, ਦੰਦ ਆਦਿ ਦੁਆਰਾ ਮੂੰਹ ਵਿੱਚ ਹਵਾ ਦੀ ਰੁਕਾਵਟ ਦੇ ਕਾਰਨ ਪੈਦਾ ਹੁੰਦੀਆਂ ਹਨ। ਮੀਨਸ ਜਦੋਂ ਆਪਾਂ ਕੋਈ ਵੀ ਚੀਜ਼ ਬੋਲਦੇ ਕੋਈ ਵੀ ਅੱਖਰ ਬੋਲਦੇ ਹਾਂ, ਅਗਰ ਤੁਹਾਡੇ ਮੂੰਹ 'ਚ ਹਵਾ ਦੀ ਰੁਕਾਵਟ ਪੈਦਾ ਹੁੰਦੀ ਹੈ ਤਾਂ ਰੁਕਾਵਟ ਦੇ ਕਾਰਨ ਜਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਉਹਨੂੰ ਆਪਾਂ ਕਹਿੰਦੇ ਹਾਂ ਵਿਅੰਜਨ। ਸੋ ਯਾਦ ਹੋ ਗਿਆ ਬੇਟਾ ਕਿ ਜਦੋਂ ਵੀ ਜਿੱਦਾਂ ਹੁਣ ਜੀਭ ਆ, ਬੁੱਲ ਆ, ਅਗਰ ਆਪਸ ਵਿੱਚ ਟਕਰਾਉਂਦੇ ਜਿੱਦਾਂ ਆਪਾਂ ਕੋਈ ਬੋਲਦੇ ਹਾਂ ਜਿਹਦੇ ਲਈ ਬੀ, ਡੀ, ਐਚ, ਜੇ, ਜੋ ਆਪਾਂ ਇੱਦਾਂ ਦੀ ਚੀਜ਼ਾਂ ਬੋਲਦੇ ਹਾਂ, ਸਾਡੇ ਜਿਹੜਾ ਜੀਭ ਆ ਉਹ ਤਲੂ ਨਾਲ ਟਕਰਾਉਂਦੀ ਹੈ। ਜਦ ਤਲੂ ਨਾਲ ਟਕਰਾਉਂਦੀ ਇਹਦਾ ਮਤਲਬ ਮੂੰਹ 'ਚ ਕੀ ਪੈਦਾ ਹੁੰਦੀ ਹੈ, ਰੁਕਾਵਟ ਪੈਦਾ ਹੁੰਦੀ ਹਵਾ ਦੀ। ਸੋ ਜਿਹੜੀਆਂ ਧੁਨੀਆਂ ਹਵਾ ਦੀ ਰੁਕਾਵਟ ਦੇ ਕਾਰਨ ਪੈਦਾ ਹੁੰਦੀਆਂ ਵਾ ਉਚਾਰਨ ਅੰਗ ਦੇ, ਉਹਨੂੰ ਆਪਾਂ ਕਹਿੰਦੇ ਹਾਂ ਵਿਅੰਜਨ। ਅੱਗੇ ਬੇਟਾ ਆਪਾਂ ਲਿਖਿਆ ਕੀ ਆ, ਇਹ ਧੁਨੀਆਂ ਸਵਰਾਂ ਦੇ ਸਹਾਇਕ ਦੇ ਤੋਂ ਬਿਨਾਂ ਉਚਿਤ ਢੰਗ ਨਾਲ ਉਚਾਰਨ ਨਹੀਂ ਕੀਤੀਆਂ ਜਾ ਸਕਦੀਆਂ। ਮੀਨਸ ਇਹਨਾਂ ਧੁਨੀਆਂ ਨੂੰ ਬੋਲਣ ਲਈ ਸਵਰਾਂ ਦੀ ਕੀ ਪੈਂਦੀ ਹੈ, ਲੋੜ ਪੈਂਦੀ ਹੈ। ਮੀਨਸ ਜਿਹੜੇ ਆਪਾਂ ਵਿਅੰਜਨ ਹੁੰਦੇ ਨੇ, ਵਿਅੰਜਨ ਯਾਦ ਹੋ ਗਏ ਨਾ ਕੀ ਹੁੰਦੇ ਨੇ, ਕਿ ਜਿਹੜੀਆਂ ਵੀ ਧੁਨੀਆਂ ਹਵਾ ਦੀ ਰੁਕਾਵਟ ਦੇ ਕਾਰਨ ਪੈਦਾ ਹੁੰਦੀਆਂ ਉਹਨੂੰ ਆਪਾਂ ਕਹਿੰਦੇ ਹਾਂ ਵਿਅੰਜਨ। ਔਰ ਇਹਨਾਂ ਵਿਅੰਜਨਾਂ ਨੂੰ ਬੋਲਣ ਲਈ ਸਾਨੂੰ ਕਿਸ ਚੀਜ਼ ਦੀ ਸਹਾਇਤਾ ਦੀ ਲੋੜ ਪੈਂਦੀ ਹੈ, ਸਵਰਾਂ ਦੀ। ਅੱਗੇ ਆਪਾਂ ਕੀ ਲਿਖਿਆ ਕੀ ਆ, ਸ਼ਾਰਟਹੈਂਡ ਵਿੱਚ ਕਿਸੇ ਵੀ ਵਿਅੰਜਨ ਨੂੰ ਅੱਗੇ ਬੇਟਾ ਆਪਾਂ ਲਿਖਿਆ ਸ਼ਾਰਟਹੈਂਡ ਵਿੱਚ ਕਿਸੇ ਵੀ ਵਿਅੰਜਨ ਨੂੰ ਪ੍ਰਦਰਸ਼ਿਤ ਕਰਨ ਲਈ ਵਰਤੇ ਗਏ ਚਿੰਨ੍ਹ ਨੂੰ ਸਟ੍ਰੋਕ ਜਾਂ ਕਰੈਕਟਰ ਆਖਦੇ ਹਨ। ਜੋ ਆਪਾਂ ਸ਼ਾਰਟਹੈਂਡ ਵਿੱਚ ਜਦੋਂ ਆਪਾਂ ਸ਼ਾਰਟਹੈਂਡ ਕਰਦੇ ਹਾਂ, ਸ਼ਾਰਟਹੈਂਡ ਵਿੱਚ ਜਦੋਂ ਵੀ ਆਪਾਂ ਕਿਸੇ ਵਿਅੰਜਨ ਨੂੰ ਲਿਖਣਾ ਹੁੰਦਾ ਵਾ, ਕਿਸੇ ਵਿਅੰਜਨ ਨੂੰ ਲਿਖਣ ਲਈ ਆਪਾਂ ਜਿਹੜਾ ਚਿੰਨ੍ਹ ਇਸਤੇਮਾਲ ਕਰਦੇ ਹਾਂ, ਸਾਈਨ ਯੂਜ਼ ਕਰਦੇ ਹਾਂ, ਉਹਨੂੰ ਕੀ ਕਹਿੰਦੇ ਆ, ਸਟ੍ਰੋਕ ਜਾਂ ਕਰੈਕਟਰ। ਅੱਗੇ ਆਪਾਂ ਲਿਖਿਆ ਕੀ ਆ ਕਿ ਸ਼ਾਰਟਹੈਂਡ ਵਿੱਚ ਕੋਈ ਵੀ ਆਪਾਂ ਜਿਹੜੇ ਵਿਅੰਜਨ ਲਿਖਣੇ ਹੁੰਦੇ ਨੇ ਉਹਨੂੰ ਆਪਾਂ ਜਿਆਤਵੀ ਜਿਹੜੀਆਂ ਆਕ੍ਰਿਤੀਆਂ ਹੁੰਦੀਆਂ ਯਾਨੀ ਕਿ ਸਿੱਧੀ ਜਾਂ ਟੇਢੀ ਲਾਈਨ ਨਾਲ ਉਹਨੂੰ ਕੀ ਕਰਦੇ ਆਪਾਂ, ਦਰਸਾਉਂਦੇ ਹਾਂ। ਔਰ ਬਾਕੀ ਸਾਰੇ ਵਿਅੰਜਨਾਂ ਨੂੰ ਆਪਾਂ ਕਿੱਦਾਂ ਦਰਸਾਉਂਦੇ ਹਾਂ, ਲਾਈਨਾਂ ਨਾਲ। ਸੋ ਇੱਕ ਡਬਲਿਊ, ਵਾਈ ਅਤੇ ਐਚ ਜਿਹੜੇ ਵਿਅੰਜਨ ਨੇ ਉਹਨਾਂ ਨੂੰ ਲਿਖਣ ਦਾ ਤਰੀਕਾ ਕੀ ਹੁੰਦਾ, ਅਲੱਗ ਹੁੰਦਾ ਵਾ। ਔਰ ਅੰਗਰੇਜ਼ੀ 'ਚ ਸ਼ਾਰਟਹੈਂਡ ਵਿੱਚ ਜਿਹੜੀ ਹੈ ਉਹਦੇ 'ਚ ਕਿੰਨੇ ਵਿਅੰਜਨ ਹੁੰਦੇ ਨੇ, 24। ਠੀਕ ਹੈ ਬੇਟਾ। ਸੋ ਇੱਥੇ ਯਾਦ ਹੋ ਗਿਆ, ਬਸ ਦੋ ਤਿੰਨ ਗੱਲਾਂ ਮੋਟੀ-ਮੋਟੀਆਂ ਯਾਦ ਰੱਖੋ। ਇੱਕ ਤਾਂ ਵਿਅੰਜਨ ਹੁੰਦਾ ਕੀ ਹੈ, ਪਹਿਲਾ ਪੁਆਇੰਟ ਤਾਂ ਯਾਦ ਰੱਖੋ ਕਿ ਵਿਅੰਜਨ ਕੀ ਹੁੰਦਾ ਵਾ, ਕਿ ਉਹ ਵੀ ਧੁਨੀਆਂ ਹੁੰਦੀਆਂ ਜਿਹੜੀਆਂ ਕਿ ਹਵਾ ਦੀ ਰੁਕਾਵਟ ਦੇ ਕਾਰਨ ਕੀ ਹੁੰਦੀਆਂ, ਪੈਦਾ ਹੁੰਦੀਆਂ ਹਨ। ਔਰ ਦੂਜੀ ਗੱਲ ਯਾਦ ਰੱਖੋ ਕਿ ਵਿਅੰਜਨਾਂ ਨੂੰ ਬੋਲਣ ਲਈ ਜਾਂ ਵਿਅੰਜਨਾਂ ਨੂੰ ਲਿਖਣ ਲਈ ਸਾਨੂੰ ਕਿਹਦੀ ਸਹਾਇਤਾ ਦੀ ਲੋੜ ਪੈਂਦੀ ਹੈ, ਸਵਰਾਂ ਦੀ। ਦੋ ਗੱਲਾਂ ਹੋ ਗਈਆਂ। ਤੀਜੀ ਗੱਲ ਯਾਦ ਰੱਖੋ ਕਿ ਆਪਾਂ ਲਿਖਦੇ ਕਿਵੇਂ ਆ, ਕਿ ਸ਼ਾਰਟਹੈਂਡ ਵਿੱਚ ਜਦੋਂ ਆਪਾਂ ਵਿਅੰਜਨ ਨੂੰ ਲਿਖਣਾ ਹੁੰਦਾ ਤਾਂ ਆਪਾਂ ਟੇਢੀ ਜਾਂ ਸਿੱਧੀ ਲਾਈਨਾਂ ਨਾਲ ਉਹਨੂੰ ਕੀ ਕਰਦੇ ਹਾਂ, ਉਹਨਾਂ ਨੂੰ ਲਿਖਦੇ ਹਾਂ। ਤਿੰਨ ਗੱਲਾਂ ਹੋ ਗਈਆਂ। ਔਰ ਚੌਥੀ ਗੱਲ ਕੀ ਯਾਦ ਰੱਖਣੀ ਹੈ ਕਿ ਸ਼ਾਰਟਹੈਂਡ ਵਿੱਚ ਕੁੱਲ ਕਿੰਨੇ ਵਿਅੰਜਨ ਹੁੰਦੇ ਨੇ, 24। ਸੋ ਇਹ 4 ਪੁਆਇੰਟ ਬਸ ਇਹਦੇ ਵਿੱਚ ਯਾਦ ਰੱਖਣੇ ਆ। ਇਹ ਹੋ ਗਿਆ ਇਹਦਾ ਮੀਨਿੰਗ। ਅੱਗੇ ਆਪਾਂ ਇਹਦੀਆਂ ਆ ਗਈਆਂ ਟਾਈਪਸ, ਕਿ ਕਿੰਨੀਆਂ ਕਿਸਮਾਂ ਹੁੰਦੀਆਂ ਵਾ। ਅੱਜ ਪਹਿਲੀ ਕਿਸਮ ਕਿਹੜੀ ਹੁੰਦੀ ਹੈ, ਪਹਿਲੇ 6 ਵਿਅੰਜਨ। ਇਹ ਕਿਹੜੇ ਹੁੰਦੇ ਨੇ, ਇਹ ਅਜਿਹੇ ਵਿਅੰਜਨਾਂ ਦਾ ਸਮੂਹ ਹੁੰਦਾ ਹੈ ਜਿਹੜੇ ਕਿ ਸਿੱਧੀਆਂ ਰੇਖਾਵਾਂ ਦੇ ਰੂਪ ਵਿੱਚ ਲਿਖੇ ਜਾਂਦੇ ਹਨ ਅਤੇ ਇਹ ਲਿਖਣ ਸਮੇਂ ਹੇਠਾਂ ਵੱਲ ਝੁਕਦੇ ਹਨ। ਵੀ ਜਦੋਂ ਆਪਾਂ ਤੁਹਾਨੂੰ ਬੋਰਡ 'ਤੇ ਵੀ ਬਣਾ ਕੇ ਦਿਖਾਈ ਸੀਗੀ ਕਿ ਜਦੋਂ ਆਪਾਂ ਜਿੱਦਾਂ ਦੇਖੋ ਉੱਪਰੋਂ ਥੱਲੇ ਨੂੰ ਅਗਰ ਆਪਾਂ ਲਾਈਨ ਲਾਣੀ ਹੈ, ਥੱਲੇ ਉੱਪਰ ਨਹੀਂ ਜਾਣਾ ਹੈਗਾ, ਉੱਪਰੋਂ ਥੱਲੇ ਨੂੰ ਜਿਹੜੀ ਆਪਾਂ ਲਾਈਨ ਲਾ ਕੇ ਵਿਅੰਜਨ ਲਿਖਦੇ ਹਾਂ ਉਹ ਕਿਹੜੇ ਹੁੰਦੇ ਨੇ, ਪਹਿਲੇ 6 ਵਿਅੰਜਨ। ਸੋ ਪਹਿਲੇ 6 ਵਿਅੰਜਨ ਕਿੱਦਾਂ ਲਿਖੇ ਜਾਂਦੇ ਆ, ਲਾਈਨ ਦੀ ਸਹਾਇਤਾ ਨਾਲ। ਔਰ ਲਾਈਨ ਕਿੱਦਾਂ ਲਾਣੀ ਆ, ਉੱਪਰੋਂ ਥੱਲੇ ਵੱਲ ਨੂੰ ਝੁਕਦੀ ਹੋਵੇ। ਠੀਕ ਹੈ। ਦੂਜਾ ਇਹਦਾ ਕਿ ਦੂਜਾ ਸਮੂਹ ਕਿਹੜਾ ਵਾ, ਇਹ ਉਹ ਵਾਲੇ ਵਿਅੰਜਨ ਨੇ ਜਿਹਦੇ 'ਚ ਆਪਾਂ ਕੀ ਬਣਾਉਂਦੇ ਹਾਂ, ਵਕਰ ਬਣਾਉਂਦੇ ਹਾਂ। ਮੀਨਸ ਕਰਵ ਦੀ ਸ਼ੇਪ 'ਚ ਪਾਉਂਦੇ ਆ। ਔਰ ਕਰਵ ਵੀ ਕਿਹੜੀ ਹੋਣੀ ਚਾਹੀਦੀ ਆ, ਉੱਪਰੋਂ ਹੇਠਾਂ ਵੱਲ ਨੂੰ ਇੱਦਾਂ। ਠੀਕ, ਯਾਦ ਹੋ ਗਿਆ ਨਾ ਕਿ ਪਹਿਲੇ 6 ਵਿਅੰਜਨ ਕਿਹੜੇ ਆ, ਲਾਈਨ ਵਾਲੇ, ਜਿਹੜੇ ਆਪਾਂ ਲਾਈਨ ਬਣਾ ਕੇ ਬਣਾਉਂਦੇ ਹਾਂ। ਔਰ ਲਾਈਨ ਕਿੱਦਾਂ ਹੋਣੀ ਚਾਹੀਦੀ ਹੈ, ਉੱਪਰੋਂ ਹੇਠਾਂ ਵੱਲ ਨੂੰ। ਔਰ ਅਗਲੇ 6 ਵਿਅੰਜਨ ਜਿਹੜੇ ਆ ਉਹ ਕਿਹੜੇ ਆ, ਵਕਰ ਨਾਲ, ਵਕਰ ਮੀਨਸ ਕਰਵ ਨਾਲ ਲਿਖੇ ਜਾਂਦੇ ਆ। ਔਰ ਕਰਵ ਵੀ ਕਿਹੜੀ ਹੋਣੀ ਚਾਹੀਦੀ ਹੈ, ਉੱਪਰੋਂ ਹੇਠਾਂ ਵੱਲ ਨੂੰ। ਦੋ ਹੋ ਗਏ। ਔਰ ਤੀਜੀ ਆਖਰੀ ਕੈਟੇਗਰੀ ਹੋ ਗਈ, ਕਿਹੜੀ ਹੋ ਗਈ, ਅਗਲੇ 8 ਵਿਅੰਜਨ। ਔਰ ਅਗਲੇ 8 ਵਿਅੰਜਨ ਕਿਹੜੇ ਹੁੰਦੇ ਨੇ, ਇਹ ਉਹ ਵਾਲੇ ਵਿਅੰਜਨ ਹੁੰਦੇ ਨੇ ਜਿਹੜੇ ਇਹ ਵੀ ਆਪਾਂ ਬਣਾਉਂਦੇ ਵਕਰ ਦੇ ਨਾਲ ਹੀ ਹੈ, ਪਰ ਇਹ ਵਕਰ ਕੀ ਹੁੰਦੀ ਹੈ, ਨੀਚਿਓਂ ਉੱਪਰ ਵੱਲ ਨੂੰ। ਠੀਕ। ਔਰ ਇਹ 'ਚ ਬਾਕੀ ਸਾਰੇ ਵਕਰ ਕੀ ਹੁੰਦੇ ਨੇ, ਛੋਟੇ ਮੀਨਸ ਆਪਾਂ ਫਿੱਕੇ ਬਣਾਉਂਦੇ ਹਾਂ। ਸੋ ਜੀ ਅਤੇ ਐਨ ਜੀ ਦੋ ਯਾਦ ਰੱਖਣੇ ਆ ਕਿ ਦੋ ਜਿਹੜੇ ਸ਼ਬਦ ਨੇ ਕਿੱਦਾਂ ਲਿਖੇ ਜਾਂਦੇ ਆ, ਗੂੜੇ ਨਾਲ। ਠੀਕ। ਸੋ ਮੇਨ ਗੱਲ ਹੋ ਗਈ ਨਾ ਯਾਦ ਕਿ ਪਹਿਲੇ 6 ਕਿਹੜੇ ਹੋ ਗਏ, ਜਿਹੜੇ ਆਪਾਂ ਲਾਈਨ ਬਣਾਉਂਦੇ ਹਾਂ, ਲਾਈਨ ਨਾਲ ਲਿਖਦੇ ਹਾਂ, ਉਹ ਕਿਹੜੇ ਹੋ ਗਏ, ਪਹਿਲੇ 6। ਔਰ ਲਾਈਨ ਕਿਹੜੀ ਹੋਣੀ ਚਾਹੀਦੀ, ਉੱਪਰੋਂ ਹੇਠਾਂ ਵੱਲ ਨੂੰ। ਅਗਲੇ ਸਮੂਹ ਕਿਹੜਾ ਹੋ ਗਿਆ, ਜਿਹੜਾ ਵਕਰ ਨਾਲ ਲਿਖਦੇ ਹਾਂ, ਵਕਰ ਮੀਨਸ ਕਰਵ ਨਾਲ। ਔਰ ਕਰਵ ਵੀ ਕਿਹੜੀ ਹੋਣੀ ਚਾਹੀਦੀ, ਉੱਪਰੋਂ ਹੇਠਾਂ ਵੱਲ ਨੂੰ। 2 ਪੁਆਇੰਟ ਹੋ ਗਏ। ਔਰ ਤੀਜੇ ਕਿਹੜੇ ਹੋ ਗਏ, ਉਹ ਵਾਲੇ 8 ਵਿਅੰਜਨ ਆਖਰੀ ਜਿਹੜੀ ਉਹ ਵੀ ਵਕਰ ਨਾਲ ਲਿਖੇ ਜਾਂਦੇ, ਪਰ ਉਹ 'ਚ ਵਕਰ ਕਿਹੜੀ ਹੁੰਦੀ ਆ, ਥੱਲਿਓਂ ਉੱਪਰ ਵੱਲ ਨੂੰ। ਅੱਜ 'ਚ ਬਾਕੀ ਲਿਖਣਾ ਕੀ ਹੈ, ਜੀ ਅਤੇ ਐਨ ਜੀ ਸਿਰਫ 2 ਵਕਰ ਐਸੀਆਂ ਵਾ ਜਿਹੜੀਆਂ ਗੂੜੀਆਂ ਲਿਖੀਆਂ ਜਾਂਦੀਆਂ ਵਾ, ਬਾਕੀ ਸਾਰੇ ਫਿੱਕੇ ਰੰਗ ਨਾਲ ਲਿਖੀਆਂ ਜਾਂਦੀਆਂ ਵਾ। ਠੀਕ ਬੇਟਾ। ਸੋ ਇਹ ਕੁਐਸਚਨ ਤਿਆਰ ਹੋ ਗਿਆ ਵਿਅੰਜਨ ਵਾਲਾ। ਅਗਲਾ ਕੁਐਸਚਨ ਤੁਹਾਡਾ ਹੈਗਾ ਵਾ, ਸਵਰ ਤੋਂ ਕੀ ਭਾਵ ਹੈ, ਇਸ ਦੀਆਂ ਮੁੱਖ ਕਿਸਮਾਂ ਹੁੰਦੀਆਂ ਹਨ। ਹੁਣ ਸਵਰ ਬੇਟਾ ਕੀ ਹੁੰਦਾ, ਵਿਅੰਜਨ ਤੋਂ ਉਲਟ। ਵਿਅੰਜਨ ਆਪਾਂ ਕੀ ਪੜ੍ਹਿਆ ਸੀਗਾ ਕਿ ਜਦੋਂ ਆਪਾਂ ਤੁਹਾਡੇ ਜਿਹੜੇ ਹਵਾ ਦੀ ਰੁਕਾਵਟ ਦੇ ਕਾਰਨ, ਜਿਹੜੀ ਮੂੰਹ ਦੇ ਵਿੱਚ ਹਵਾ ਦੀ ਰੁਕਾਵਟ ਦੇ ਕਾਰਨ ਜਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਨੇ ਉਹ ਕਿਹੜੇ ਹੁੰਦੇ ਨੇ, ਵਿਅੰਜਨ। ਔਰ ਜਦੋਂ ਮੂੰਹ ਦੇ ਵਿੱਚ ਹਵਾ ਦੀ ਰੁਕਾਵਟ ਨਹੀਂ ਹੁੰਦੀ ਉਹਨਾਂ ਦੇ ਕਾਰਨ ਜਿਹੜੀ ਧੁਨੀਆਂ ਪੈਦਾ ਹੁੰਦੀਆਂ ਉਹ ਕਿਹੜੇ ਹੁੰਦੇ ਨੇ, ਸਵਰ।
ਜਿੱਦਾਂ AEIOU, ਹੁਣ ਤੁਸੀਂ ਮੂੰਹ 'ਚ ਬੋਲ ਕੇ ਵੀ ਦੇਖ ਲਓ AEIOU, ਤੁਹਾਡੀ ਜੀਭ ਜਿਹੜੀ ਹੈ ਤੁਹਾਡੇ ਤਲੂਏ ਨੂੰ ਟਕਰਾਊਗੀ ਨਹੀਂ। ਇਹਦਾ ਮਤਲਬ ਹਵਾ ਦੀ ਰੁਕਾਵਟ ਜਿਹੜੀ ਆ ਉਹ ਪੈਦਾ ਨਹੀਂ ਹੁੰਦੀ। ਸੋ ਜਿਹੜੀਆਂ ਧੁਨੀਆਂ ਉਚਾਰਨ ਅੰਗ ਦੇ ਹਵਾ ਦੇ ਰੁਕਾਵਟ ਨਾ ਹੋਣ ਕਾਰਨ ਪੈਦਾ ਹੁੰਦੀਆਂ ਵਾ ਉਹਨੂੰ ਆਪਾਂ ਕਹਿੰਦੇ ਆ ਉਹਨੂੰ ਆਪਾਂ ਕਹਿੰਦੇ ਆ ਸਵਰ। ਠੀਕ। ਔਰ ਇੰਗਲਿਸ਼ ਆਪਣੇ ਸਵਰ ਕਿਹੜੇ ਸਵਰ ਆਪਾਂ ਲਿਖਦੇ ਕਿੰਨੇ ਜਿੱਦਾਂ ਲਿਖਿਆ ਹੀ ਹੈ, ਸਵਰ ਅਜਿਹੀਆਂ ਧੁਨੀਆਂ ਹੁੰਦੀਆਂ ਜੋ ਕਿਸੇ ਵੀ ਉਚਾਰਨ ਅੰਗ ਜਿਵੇਂ ਜੀਭ, ਬੁੱਲ ਆਦਿ ਦੰਦ ਦੇ ਮੂੰਹ ਵਿੱਚ ਹਵਾ ਦੀ ਰੁਕਾਵਟ ਤੋਂ ਬਿਨਾਂ ਪੈਦਾ ਹੁੰਦੀਆਂ ਹਨ। ਸੋ ਯਾਦ ਹੋ ਗਿਆ ਨਾ ਕਿ ਜਿਹੜੀਆਂ ਧੁਨੀਆਂ ਹਵਾ ਦੀ ਰੁਕਾਵਟ ਨਾਲ ਪੈਦਾ ਹੋਈਆਂ ਉਹ ਕੀ ਹੋ ਗਏ ਵਿਅੰਜਨ, ਔਰ ਜਿਹੜੀਆਂ ਧੁਨੀਆਂ ਹਵਾ ਦੀ ਰੁਕਾਵਟ ਤੋਂ ਬਿਨਾਂ ਪੈਦਾ ਹੋਈਆਂ ਉਹ ਕਿਹੜੇ ਹੁੰਦੇ ਨੇ ਸਵਰ। ਔਰ ਸਵਰ ਨੂੰ ਲਿਖਣ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਇਹ 'ਚ ਲਿਖਿਆ ਕੀ ਹੈ, ਭਾਵ ਕਿ ਇਹਨਾਂ ਵਿੱਚ ਖੁੱਲ੍ਹੇ ਆਵਾਜ਼ ਨਾਲ ਪੈਦਾ ਹੁੰਦੀਆਂ ਹਨ। ਇਹਨਾਂ ਦੇ ਉਚਾਰਨ ਸਮੇਂ ਹਵਾ ਦਾ ਪ੍ਰਵਾਹ ਕਮਜ਼ੋਰ ਹੁੰਦਾ ਹੈ ਅਤੇ ਜੀਭ ਅਤੇ ਵੋਕਲ ਕਾਰਡਸ ਦੇ ਉੱਤੇ ਤਣਾਅ ਪੈਦਾ ਹੁੰਦੇ ਹਨ। ਇਹਦੇ 'ਚ ਕੀ ਹੁੰਦਾ, ਹਵਾ ਰੁਕਦੀ ਨਹੀਂ ਹੈ, ਇਸ ਦੀ ਹਵਾ ਨਾ ਰੁਕਣ ਕਰਕੇ ਤੁਹਾਡੀ ਜੀਭ ਉੱਤੇ ਔਰ ਤੁਹਾਡੇ ਵੋਕਲ ਕਾਰਡ ਕਹਿੰਦੇ ਗਲੇ ਉੱਤੇ, ਇਹਨਾਂ ਦੋਨਾਂ ਉੱਤੇ ਕੀ ਹੈ ਦਬਾਅ ਯਾਨੀ ਕਿ ਤਣਾਅ ਪੈਦਾ ਹੁੰਦਾ ਵਾ। ਅੰਗਰੇਜ਼ੀ ਵਿੱਚ ਕੀ ਲਿਖਿਆ ਉਹਨੇ, ਅੰਗਰੇਜ਼ੀ ਭਾਸ਼ਾ ਵਿੱਚ ਮੁੱਖ ਵਿਅੰਜਨ ਕਿੰਨੇ ਹੁੰਦੇ ਨੇ, ਹਾਂ ਅੰਗਰੇਜ਼ੀ ਭਾਸ਼ਾ ਵਿੱਚ ਆਪਣੇ ਕੋਲ ਕਿਹੜੇ ਨੇ, ਜਿੱਦਾਂ AEIOU ਇਹ ਆਪਣੇ ਕੀ ਨੇ ਸਵਰ ਨੇ, ਔਰ 6 ਕਿਹੜੇ ਹੁੰਦੇ ਨੇ ਛੋਟੇ ਸਵਰ ਹੁੰਦੇ ਨੇ, ਔਰ 6 ਕਿਹੜੇ ਹੁੰਦੇ ਨੇ ਲੰਬੇ ਸਵਰ ਹੁੰਦੇ ਨੇ। ਔਰ ਇਹਨਾਂ ਨੂੰ ਲਿਖਣ ਲਈ ਆਪਾਂ ਕਿਸ ਚੀਜ਼ ਦਾ ਇਸਤੇਮਾਲ ਕਰਦੇ ਹਾਂ, ਡੈਸ਼ ਜਾਂ ਬਿੰਦੂ ਦਾ। ਠੀਕ ਹੈ ਜੀ। ਅੱਗੇ ਬੜਾ ਗਿਆ ਇਹਦੇ ਕਿਸਮਾਂ ਕਿਹੜੀਆਂ, ਪਹਿਲਾਂ ਇਹਦਾ ਪਹਿਲੇ ਸਥਾਨ ਦੇ ਸਵਰ, ਇਹ ਕਿਹੜੇ ਹੁੰਦੇ ਨੇ, ਉਹ ਸਵਰ ਹੁੰਦੇ ਹਨ ਜਿਨ੍ਹਾਂ ਨੂੰ ਸਟ੍ਰੋਕ ਜਾਂ ਵਿਅੰਜਨ ਦੇ ਸ਼ੁਰੂਆਤ ਦੇ ਸਥਾਨ 'ਤੇ ਦਰਸਾਇਆ ਜਾਂਦਾ ਹੈ। ਕਿ ਜਿਹੜੇ ਸਵਰ ਆਪਾਂ ਕਿਸੇ ਵੀ ਵਿਅੰਜਨ ਤੋਂ ਪਹਿਲਾਂ ਲਿਖਦੇ ਹਾਂ, ਕਿਉਂਕਿ ਆਪਾਂ ਪਹਿਲਾਂ ਪੜ੍ਹਿਆ ਵਾ ਕਿ ਸਵਰ ਹਮੇਸ਼ਾ ਕੀ ਨਾਲ ਲਿਖੇ ਜਾਂਦੇ ਆ, ਵਿਅੰਜਨ ਦੇ ਨਾਲ ਲਿਖੇ ਜਾਂਦੇ ਨੇ। ਸੋ ਜਿਹੜੇ ਸਵਰ ਵਿਅੰਜਨ ਤੋਂ ਪਹਿਲਾਂ ਲਿਖੇ ਜਾਂਦੇ ਨੇ ਉਹ ਕਿਹੜੇ ਹੁੰਦੇ ਨੇ ਪਹਿਲੇ ਸਥਾਨ ਦੇ ਸਵਰ, ਔਰ ਇਹਨਾਂ ਦੀ ਗਿਣਤੀ ਕਿੰਨੀ ਹੁੰਦੀ ਆ 4। ਉਸ ਤੋਂ ਬਾਅਦ ਜਿਹੜੇ ਸਵਰ ਵਿਅੰਜਨ ਦੇ ਮੱਧ ਵਿੱਚ ਮੀਨਸ ਗੱਭੇ ਲਿਖੇ ਜਾਂਦੇ ਨੇ ਉਹ ਕਿਹੜੇ ਹੁੰਦੇ ਨੇ ਦੂਜੇ ਸਥਾਨ ਦੇ ਸਵਰ, ਔਰ ਇਹਨਾਂ ਦੀ ਗਿਣਤੀ ਵੀ ਕਿੰਨੀ ਹੁੰਦੀ ਆ 4। ਔਰ ਜਿਹੜੇ ਸਵਰ ਵਿਅੰਜਨ ਤੋਂ ਅੰਤ ਵਿੱਚ ਅਖੀਰ ਵਿੱਚ ਲਿਖੇ ਜਾਂਦੇ ਨੇ ਉਹ ਕਿਹੜੇ ਹੁੰਦੇ ਨੇ ਤੀਜੇ ਸਵਰ, ਔਰ ਉਹਨਾਂ ਦੀ ਗਿਣਤੀ ਵੀ ਕਿੰਨੀ ਹੁੰਦੀ ਆ 4। ਵੀ ਕਹ ਲਓ ਬਸ ਲਿਖਣ ਦਾ ਸਟਾਈਲ ਵੱਖਰਾ ਕਿ ਜਿਹੜੇ ਵਿਅੰਜਨ ਤੋਂ ਪਹਿਲਾਂ ਲਿਖੇ ਜਾਂਦੇ ਨੇ ਉਹ ਪਹਿਲੇ ਦਰਜੇ ਦੇ ਹੋ ਗਏ, ਜਿਹੜੇ ਵਿਅੰਜਨ ਦੇ ਅੱਧ 'ਚ ਲਿਖੇ ਜਾਂਦੇ ਨੇ ਉਹ ਦੂਜੇ ਦਰਜੇ ਦੇ ਹੋ ਗਏ, ਜਿਹੜੇ ਵਿਅੰਜਨ ਤੋਂ ਅੰਤ ਵਿੱਚ ਲਿਖੇ ਜਾਂਦੇ ਨੇ ਉਹ ਤੀਜੇ ਦਰਜੇ ਦੇ ਹੋ ਗਏ। ਔਰ ਇਹ ਸਾਰਿਆਂ ਦੀ ਟਾਈਪਸ ਵਿੱਚ ਕਿੰਨੇ ਹੁੰਦੇ ਨੇ 4-4 ਸਵਾਰ ਹੁੰਦੇ ਨੇ। ਠੀਕ ਬੇਟਾ, ਸੇਵੀ ਕੁਐਸਚਨ ਤੁਹਾਡਾ ਤਿਆਰ ਹੋ ਗਿਆ। ਬਸ ਮੇਨ ਚ ਪੁਆਇੰਟ ਇਹੀ ਯਾਦ ਰੱਖਣਾ ਵਾ ਕਿ ਜਦੋਂ ਮੂੰਹ ਦੀ ਹਵਾ ਦੇ ਰੁਕਾਵਟ ਦੇ ਕਾਰਨ ਜਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਉਹ ਕੀ ਹੁੰਦੇ ਨੇ ਵਿਅੰਜਨ, ਔਰ ਜਦੋਂ ਮੂੰਹ ਦੇ ਵਿੱਚ ਹਵਾ ਦੀ ਰੁਕਾਵਟ ਨਹੀਂ ਪੈਦਾ ਹੁੰਦੀ ਉਹਦੇ ਕਾਰਨ ਜਿਹੜੀਆਂ ਧੁਨੀਆਂ ਪੈਦਾ ਹੁੰਦੀਆਂ ਉਹ ਕੀ ਹੁੰਦੀਆਂ ਸਵਰ। ਹਾਂਜੀ ਬੇਟਾ, ਅਗਲਾ ਕੁਐਸਚਨ ਤੁਹਾਡਾ ਹੈਗਾ ਵਾ ਪ੍ਰੂਫ ਰੀਡਿੰਗ ਕੀ ਹੁੰਦੀ ਆ ਅਤੇ ਉਹ ਪ੍ਰੂਫ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਪ੍ਰੂਫ ਰੀਡਿੰਗ ਬੇਟਾ ਜਦੋਂ ਮੈਂ ਕਲਾਸ 'ਚ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਵੀ ਆਪਾਂ ਕੋਈ ਚੀਜ਼ ਛਪਵਾਉਣੀ ਹੁੰਦੀ ਹੈ, ਕਿਸੇ ਵੀ ਚੀਜ਼ ਨੂੰ ਛਪਵਾਉਣ ਤੋਂ ਪਹਿਲਾਂ ਜਿਹੜਾ ਆਪਾਂ ਉਹਦੀ ਰਫ ਰਿਪੋਰਟ ਤਿਆਰ ਕਰਦੇ ਹਾਂ ਉਸ ਰਫ ਰਿਪੋਰਟ ਨੂੰ ਕੀ ਕਹਿੰਦੇ ਆ ਪ੍ਰੂਫ ਰੀਡਿੰਗ। ਇਹਦੇ ਵਿੱਚ ਆਪਾਂ ਕਰਦੇ ਕੀ ਹੈ ਕਿ ਜਿਹੜੀ ਵੀ ਆਪਾਂ ਕੋਈ ਚੀਜ਼ ਛਪਵਾਉਣੀ ਹੁੰਦੀ ਹੈ ਪਹਿਲਾਂ ਉਹਨੂੰ ਅਸੀਂ ਰਫ ਵਿੱਚ ਲਿਖ ਲੈਂਦੇ ਹਾਂ, ਔਰ ਲਿਖਣ ਤੋਂ ਬਾਅਦ ਉਹ ਆਪਾਂ ਉਹਨੂੰ ਚੈੱਕ ਕਰਦੇ ਹਾਂ, ਔਰ ਚੈੱਕ ਕਰਕੇ ਉਹ 'ਚ ਗਲਤੀਆਂ ਹੀ ਕਰਦੇ ਹਾਂ ਠੀਕ ਕਰਦੇ ਹਾਂ। ਸੋ ਜਿਹੜਾ ਸਾਰੀ ਇਹ ਪ੍ਰਕਿਰਿਆ ਕੀਤੀ ਜਾਂਦੀ ਹੈ ਇਹ ਸਾਰੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਵਾ ਪ੍ਰੂਫ ਰੀਡਿੰਗ। ਔਰ ਜਿਹੜਾ ਪ੍ਰੂਫ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ ਖਰੜਾ ਪ੍ਰੂਫ ਔਰ ਦੂਜੇ ਹੁੰਦੇ ਨੇ ਟਾਈਪਡ ਪ੍ਰੂਫਡ ਜਾਂ ਪ੍ਰਿੰਟਡ ਪ੍ਰੂਫ। ਇਹ 'ਚ ਬੜਾ ਚੀਜ਼ ਉਹੀ ਹੈ ਕਿ ਜਦੋਂ ਆਪਾਂ ਕੋਈ ਵੀ ਚੀਜ਼ ਲਿਖਣ ਤੋਂ ਪਹਿਲਾਂ ਛਪਵਾਉਣ ਤੋਂ ਪਹਿਲਾਂ ਜਿਹੜੀ ਆਪਾਂ ਕੋਈ ਰਫ ਰਿਪੋਰਟ ਤਿਆਰ ਕਰਦੇ ਹਾਂ ਉਹਨੂੰ ਕੀ ਕਹਿੰਦੇ ਆ ਪ੍ਰੂਫ। ਖਰੜਾ ਪ੍ਰੂਫ ਕਿਹੜੇ ਹੁੰਦੇ ਨੇ ਹੱਥ ਲਿਖਤ, ਜਿੱਦਾਂ ਸਪੋਜ਼ ਮੈਂ ਕੋਈ ਬੁੱਕ ਪ੍ਰਿੰਟ ਕਰਾਉਣੀ ਹੈ, ਠੀਕ ਹੈ, ਮੈਂ ਬੁੱਕ ਪ੍ਰਿੰਟ ਕਰਾਉਣ ਤੋਂ ਪਹਿਲਾਂ ਉਹ ਸਾਰੀ ਕਿਤਾਬ ਮੈਂ ਆਪਣੇ ਹੱਥ ਨਾਲ ਲਿਖਦਾ, ਆਪਣੇ ਪੈਨ ਨਾਲ ਲਿਖਦਾ ਵਾਂ, ਤਾਂ ਜਿਹੜੀ ਪੈਨ ਨਾਲ ਲਿਖੀ ਹੋਈ ਕਿਤਾਬ ਆ ਰਫ ਵਿੱਚ ਉਹਨੂੰ ਕੀ ਕਹਿੰਦੇ ਆ ਖਰੜਾ ਪ੍ਰੂਫ। ਇਹਨੂੰ ਮੈਂ ਪਹਿਲਾਂ ਪੜ੍ਹੂੰਗਾ ਔਰ ਪੜ੍ਹ ਕੇ ਉਹ 'ਚ ਗਲਤੀਆਂ ਕਰੂੰਗਾ, ਠੀਕ ਕਰੂੰਗਾ, ਔਰ ਗਲਤੀਆਂ ਠੀਕ ਕਰਨ ਤੋਂ ਬਾਅਦ ਉਹਨੂੰ ਕੀ ਆ ਛਪਣ ਲਈ ਭੇਜ ਦੂੰਗਾ। ਸੋ ਕਿਹੜਾ ਪ੍ਰੂਫ ਹੋ ਗਿਆ ਖਰੜਾ। ਪਰ ਜਦੋਂ ਆਪਾਂ ਇਹੀ ਕੰਮ ਕੰਪਿਊਟਰ 'ਤੇ ਪ੍ਰਿੰਟ ਕਰਕੇ ਜਾਂ ਟਾਈਪ ਕਰਕੇ ਕਰਦੇ ਹਾਂ ਤਾਂ ਕਿਹੜਾ ਪ੍ਰੂਫ ਬਣ ਜਾਂਦਾ ਟਾਈਪਡ ਜਾਂ ਪ੍ਰਿੰਟਡ ਪ੍ਰੂਫ। ਠੀਕ ਬੇਟਾ, ਸੋ ਗੱਲ ਸਮਝ ਲੱਗੀ ਨਾ, ਸੌਖੀ ਗੱਲ ਵਾ ਕਿ ਜਦੋਂ ਆਪਾਂ ਕੋਈ ਵੀ ਚੀਜ਼ ਹੱਥ ਨਾਲ ਲਿਖਦੇ ਹਾਂ, ਹੱਥ ਨਾਲ ਰਫ ਰਿਪੋਰਟ ਤਿਆਰ ਕਰਦੇ ਹੱਥ ਨਾਲ ਲਿਖਦੇ ਹਾਂ, ਔਰ ਹੱਥ ਨਾਲ ਲਿਖ ਕੇ ਉਹਦੀ ਗਲਤੀਆਂ ਠੀਕ ਕਰਕੇ ਉਸ ਤੋਂ ਬਾਅਦ ਉਹਨੂੰ ਛਪਣ ਲਈ ਭੇਜਦੇ ਹਾਂ, ਉਹ ਕਿਹੜਾ ਬਣ ਜਾਂਦਾ ਵਾ ਖਰੜਾ ਪ੍ਰੂਫ। ਪਰ ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਹੱਥ ਨਾਲ ਲਿਖਣ ਦੀ ਬਜਾਏ ਉਹਨੂੰ ਟਾਈਪਰਾਈਟਰ ਨਾਲ ਜਾਂ ਕੰਪਿਊਟਰ ਨਾਲ ਟਾਈਪ ਕਰਕੇ ਉਹਨੂੰ ਪਹਿਲਾਂ ਲਿਖ ਲੈਂਦੇ ਹਾਂ ਔਰ ਬਾਅਦ 'ਚ ਉਹਨੂੰ ਗਲਤੀਆਂ ਨੂੰ ਠੀਕ ਕਰਕੇ ਉਹਨੂੰ ਬਾਅਦ ਵਿੱਚ ਛਪਣ ਲਈ ਭੇਜਦੇ ਹਾਂ ਤਾਂ ਕਿਹੜਾ ਪ੍ਰੂਫ ਬਣ ਜਾਂਦਾ ਵਾ ਪ੍ਰਿੰਟਡ ਪ੍ਰੂਫ। ਬਸ ਦੋਨਾਂ 'ਚ ਇੱਕੋ ਹੀ ਫਰਕ ਆ ਕਿ ਖਰੜਾ ਪ੍ਰੂਫ ਹੱਥ ਨਾਲ ਲਿਖਿਆ ਜਾਂਦਾ ਵਾ ਔਰ ਜਿਹੜਾ ਪ੍ਰਿੰਟਡ ਪ੍ਰੂਫ ਆ ਉਹ ਟਾਈਪਰਾਈਟਰ ਨਾਲ ਜਾਂ ਕੰਪਿਊਟਰ ਨਾਲ ਉਹਦਾ ਕੀ ਕੀਤਾ ਜਾਂਦਾ ਪ੍ਰਿੰਟ ਕੀਤਾ ਜਾਂਦਾ ਵਾ। ਬਸ ਦੈਟਸ ਦਾ ਓਨਲੀ ਡਿਫਰੈਂਸ ਬਿਟਵੀਨ ਖਰੜਾ ਪ੍ਰੂਫ ਅਤੇ ਟਾਈਪਡ ਪ੍ਰੂਫ। ਠੀਕ ਬੇਟਾ, ਸੋ 3 ਕੁਐਸਚਨ ਜਿਹੜੇ ਤੁਹਾਡੇ ਸੀਗੇ ਟਾਈਪੋਗ੍ਰਾਫੀ ਦੇ, ਇਹ ਟਾਈਪੋਗ੍ਰਾਫੀ ਦੇ 3 ਕੁਐਸਚਨ ਸੀ ਤੁਹਾਨੂੰ ਸਮਝਾਤੇ ਆ। ਠੀਕ ਬੇਟਾ।